ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਵਿਕਰਮਜੀਤ ਸਿੰਘ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ। ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਪੰਜਾਬ ਦੇ ਵਿੱਚ ਪਿਛਲੇ ਦਿਨੀ ਆਏ ਇਲੈਕਟ੍ਰਿਸਿਟੀ ਕ੍ਰਾਈਸਿਸ ਬਾਰੇ। ਪੰਜਾਬ ਵਿੱਚ ਬਿਜਲੀ ਕਟਾਂ ਤੋਂ ਲੋਕ ਖਾਸੇ परेशान नजर आए ने। बिजली न होने करके कई शहरों में लोगों ने सारी रात धरने लाए। 8 से 10 घंटे का बिजली कट, पावर कट लोग झेल रहे हैं। पंजाब में बिजली संकट गहरा गया। ਸੋ ਇਸ ਇਲੈਕਟ੍ਰਿਸਿਟੀ ਕ੍ਰਾਈਸਿਸ ਦੇ ਰੀਜ਼ਨਸ ਕੀ ਸੀ ਐਂਡ ਇਹਨਾਂ ਨੂੰ ਅਸੀਂ ਕਿੱਦਾਂ ਓਵਰਕਮ ਕਰ ਸਕਦੇ ਹਾਂ, ਇਹੀ ਡਿਸਕਸ ਕਰਾਂਗੇ ਅੱਜ ਇਸ ਵੀਡੀਓ ਦੇ ਵਿੱਚ। ਪਹਿਲਾਂ ਤਾਂ ਅਸੀਂ ਦੇਖਾਂਗੇ ਪੰਜਾਬ ਦੇ ਵਿੱਚ ਇਲੈਕਟ੍ਰਿਸਿਟੀ ਦੀ ਡਿਮਾਂਡ ਕਿੰਨੀ ਆ। ਪੰਜਾਬ ਦੇ ਵਿੱਚ ਜਿਹੜੀ ਇਲੈਕਟ੍ਰਿਸਿਟੀ ਦੀ ਡਿਮਾਂਡ ਆ ਉਹ ਕੁਝ ਤਕਰੀਬਨ 14500 ਮੈਗਾਵਾਟ ਆ, ਜਿਸ ਦੇ ਵਿੱਚੋਂ ਪੰਜਾਬ 6860 ਮੈਗਾਵਾਟ ਪੰਜਾਬ ਦੇ ਵਿੱਚ ਹੀ ਪ੍ਰੋਡਿਊਸ ਕਰਦਾ ਹੈ ਤੇ ਜਿਹੜਾ ਬਾਕੀ ਦਾ ਬਚਿਆ 7300 ਮੈਗਾਵਾਟ ਹੈ ਉਹ ਅਸੀਂ ਨੈਸ਼ਨਲ ਗ੍ਰਿਡ ਤੋਂ ਇੰਪੋਰਟ ਕਰਦੇ ਆ। ਪੰਜਾਬ ਜਿਹੜਾ 6860 ਮੈਗਾਵਾਟ ਪ੍ਰੋਡਿਊਸ ਕਰਦਾ ਹੈ ਉਸ ਦੇ ਵਿੱਚ ਅਲੱਗ-ਅਲੱਗ ਅਦਾਰੇ ਕੰਮ ਕਰਦੇ ਨੇ, ਜਿਵੇਂ ਕਿ ਇਹ ਜਿਹੜੀ ਬਿਜਲੀ ਹੈ ਪੰਜਾਬ ਦੇ ਸਰਕਾਰੀ ਥਰਮਲ ਪਲਾਂਟ, ਪ੍ਰਾਈਵੇਟ ਥਰਮਲ ਪਲਾਂਟ ਤੇ ਰੀਨਿਊਏਬਲ એનર્ਜੀ ਦੇ ਸੋਰਸਿਸ ਤੋਂ ਆਉਂਦੀ ਹੈ। ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗਾ ਕਿ ਕਈ ਲੀਡਰ, ਕਈ ਸਰਕਾਰਾਂ ਸਾਡੇ ਦਾਅਵਾ ਕਰਦੀਆਂ ਨੇ ਕਿ ਜਿਹੜੀ ਪੰਜਾਬ ਹੈਗੀ ਆ ਉਹ ਇਲੈਕਟ੍ਰਿਸਿਟੀ ਸਰਪਲਸ ਸਟੇਟ ਹੈ। पंजाब में सरप्लस बिजली मिलती है, पंजाब में ज्यादा बिजली उत्पादन होता है, कम खपत है, उसके बावजूद भी बिजली कट लगते हैं इतने बड़े बड़े। कई कई घंटों तक बिजली नहीं आती, खेती के लिए बिजली नहीं मिलती। ਪਰ ਮੈਂ ਕਹਿਣਾ ਚਾਹੂੰਗਾ ਕਿ ਇਹ ਕਿਤੇ ਨਾ ਕਿਤੇ ਪੂਰਾ ਸੱਚ ਨਹੀਂ ਹੈ। ਪੰਜਾਬ ਸਾਲ ਦੇ ਸਿਰਫ 8 ਮਹੀਨੇ ਲਈ ਇਲੈਕਟ੍ਰਿਸਿਟੀ ਸਰਪਲਸ ਹੁੰਦਾ ਹੈ, ਬਾਕੀ ਦੇ 4 ਮਹੀਨੇ ਜੋ ਗਰਮੀਆਂ ਦੇ ਹੁੰਦੇ ਨੇ ਉਹਦੇ ਵਿੱਚ ਪੰਜਾਬ ਦੇ ਵਿੱਚ ਇਲੈਕਟ੍ਰਿਸਿਟੀ ਸਰਪਲਸ ਨਹੀਂ ਹੁੰਦੀ, ਉਸ ਦੇ ਵਿੱਚ ਸਾਨੂੰ ਬਾਹਰੋਂ ਹੀ ਇੰਪੋਰਟ ਕਰਨੀ ਪੈਂਦੀ ਹੈ। ਸੋ ਇੱਥੇ ਆਪਾਂ ਹੁਣ ਦੇਖਾਂਗੇ ਕਿ ਇਸ ਕ੍ਰਾਈਸਿਸ ਦੌਰਾਨ ਡਿਮਾਂਡ ਤੇ ਸਪਲਾਈ ਜਿਹੜੀ ਇਲੈਕਟ੍ਰਿਸਿਟੀ ਦੀ ਆ ਉਹਦਾ ਕੀ ਰੋਲ ਰਿਹਾ। ਆਪਾਂ ਦੇਖਦੇ ਹਾਂ ਕਿ ਪਹਿਲਾਂ ਪੰਜਾਬ ਦੇ ਵਿੱਚ ਡਿਮਾਂਡ ਕਿੰਨੀ ਆ। ਪੰਜਾਬ ਦੇ ਵਿੱਚ ਜਿਹੜੀ ਇਲੈਕਟ੍ਰਿਸਿਟੀ ਦੀ ਡਿਮਾਂਡ ਆ ਉਹ ਤਕਰੀਬਨ 14500 ਮੈਗਾਵਾਟ ਹੈ ਤੇ ਜਿਹੜੀ ਸਪਲਾਈ ਹੈਗੀ ਹੈ ਉਹ ਪੰਜਾਬ ਦੇ ਜਿਹੜੇ ਇੰਟਰਨਲ ਜਿਹੜੇ ਸੋਰਸਿਸ ਹੈਗੇ ਨੇ, ਜਿਵੇਂ ਕਿ ਪੰਜਾਬ ਦੇ ਆਪਣੇ ਥਰਮਲ ਪਲਾਂਟ ਨੇ, ਚਾਹੇ ਉਹ ਸਰਕਾਰੀ ਨੇ ਚਾਹੇ ਉਹ ਪ੍ਰਾਈਵੇਟ ਨੇ, ਉਹਨਾਂ ਦੀ ਜਿਹੜੀ ਕੈਪੈਸਿਟੀ ਹੈਗੀ ਆ ਉਹ 6860 ਮੈਗਾਵਾਟ ਹੈ ਤੇ ਜਿਹੜੀ ਬਾਕੀ ਦੀ ਸ਼ਾਰਟੇਜ ਹੁੰਦੀ ਹੈ ਉਹ ਪੰਜਾਬ ਨੈਸ਼ਨਲ ਗ੍ਰਿਡ ਤੋਂ ਲੈਂਦਾ ਹੈ, ਜੋ ਕਿ ਤਕਰੀਬਨ 7300 ਮੈਗਾਵਾਟ ਹੁੰਦਾ ਹੈ। ਸੋ ਅਗਰ ਆਪਾਂ ਦੋਨਾਂ ਨੂੰ ਕੰਬਾਈਨ ਕਰ ਦਈਏ ਤੇ ਪੰਜਾਬ ਦੇ ਵਿੱਚ ਜਿਹੜੀ ਇਲੈਕਟ੍ਰਿਸਿਟੀ ਦੀ ਸਪਲਾਈ ਆ ਉਹ ਤਕਰੀਬਨ 14140 ਮੈਗਾਵਾਟ ਦੇ ਆਸ-ਪਾਸ ਰਹਿੰਦੀ ਹੈ। ਬਟ ਜਿਹੜੀ ਇਸ ਵਾਰ ਗਰਮੀਆਂ ਦੇ ਵਿੱਚ ਜਿਹੜੀ ਇਲੈਕਟ੍ਰਿਸਿਟੀ ਦੀ ਡਿਮਾਂਡ ਸੀ ਉਹ 14500 ਨੂੰ ਕ੍ਰਾਸ ਕਰ ਗਈ ਸੀ। ਐਜ਼ ਅ ਰਿਜ਼ਲਟ ਆਫ ਵਿੱਚ ਸਾਨੂੰ ਇਹ ਸ਼ਾਰਟਫਾਲ ਦੇਖਣਾ ਪਿਆ। ਸੋ ਇਸੇ ਕਰਕੇ ਹੀ ਇਹਨਾਂ ਸ਼ਾਰਟੇਜਸ ਕਰਕੇ ਸਾਨੂੰ ਵੇਖਣਾ ਪਿਆ ਕਿ ਸਾਡੇ ਕਈ ਏਰੀਆਜ਼ ਦੇ ਵਿੱਚ ਇਲੈਕਟ੍ਰਿਸਿਟੀ ਕਈ ਘੰਟਿਆਂ ਤੱਕ ਨਹੀਂ ਆਈ। ਐਜ਼ ਅ ਰਿਜ਼ਲਟ ਆਫ ਵਿੱਚ ਕਿ ਸਾਡੇ ਕਈ ਲੋਕ, ਕਈ ਕਿਸਾਨ ਭਰਾ ਵੀ ਧਰਨੇ ਦੇ ਆ ਕੇ ਬੈਠੇ ਤੇ ਆਪਣੀ ਡਿਮਾਂਡਸ ਨੂੰ ਸਰਕਾਰ ਅੱਗੇ ਰੱਖਿਆ। ਸੋ ਇਹਨਾਂ ਡਿਮਾਂਡਸ ਦੇ ਵਧਣ ਦੇ ਕੀ ਕਾਰਨ ਸੀ ਐਂਡ ਸਪਲਾਈਜ਼ ਦੇ ਵਿੱਚ ਕਿੱਥੇ ਕਮੀ ਰਹਿ ਗਈ, ਆਪਾਂ ਇਸ ਦੇ ਵਿੱਚ ਅੱਗੇ ਦੇਖਦੇ ਹਾਂ। ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਹਰ ਡਿਵੈਲਪਿੰਗ ਕੰਟਰੀ ਦੇ ਵਿੱਚ ਡਿਮਾਂਡ ਜਿਹੜੀ ਹੈਗੀ ਇਲੈਕਟ੍ਰਿਸਿਟੀ ਦੀ ਹਰ ਸਾਲ ਵੱਧਦੀ ਜਾ ਰਹੀ ਆ। ਜਿੱਦਾਂ ਨਿਊ ਅਪਲਾਈਐਂਸਿਸ ਆ ਰਹੇ ਨੇ, ਅਸੀਂ ਆਪਣੇ ਕੰਫਰਟ ਵਾਸਤੇ ਨਏ ਅਪਲਾਈਐਂਸਿਸ ਖਰੀਦਦੇ ਹਾਂ। ਸੋ ਇਸੇ ਕਰਕੇ ਹੀ ਸਾਡੀ ਜਿਹੜੀ ਡਿਮਾਂਡ ਹੈ ਇਲੈਕਟ੍ਰਿਸਿਟੀ ਦੀ ਹਰ ਸਾਲ ਵੱਧਦੀ ਹੀ ਜਾ ਰਹੀ ਹੈ। ਇਸ ਦਾ ਅਗਲਾ ਰੀਜ਼ਨ ਹੈ ਸਾਡੇ ਐਗਰੀਕਲਚਰ ਸੈਕਟਰ ਕਰਕੇ। ਐਜ਼ ਸਾਨੂੰ ਪਤਾ ਹੈ ਕਿ ਸਾਡੇ ਜਿਹੜਾ ਪੰਜਾਬ ਦਾ ਪਾਣੀ ਹੈ, ਜ਼ਮੀਨ ਦੇ ਹੇਠਲਾ ਪਾਣੀ, ਉਹ ਨੀਚੇ ਜਾ ਰਿਹਾ ਹੈ ਹਰ ਸਾਲ। ਐਜ਼ ਅ ਰਿਜ਼ਲਟ ਸਾਨੂੰ ਹਰ ਸਾਲ ਹੋਰ ਡੂੰਘੇ ਬੋਰ ਕੱਢਣੇ ਪੈ ਰਹੇ ਆ ਤੇ ਉਹਨਾਂ ਡੂੰਘੇ ਬੋਰਾਂ ਕਰਕੇ ਸਾਨੂੰ ਜਿਹੜਾ ਪਾਣੀ ਨਿਕਾਲਣ ਦੀ ਲੋੜ ਪੈਂਦੀ ਹੈ, ਉਹਦਾ ਵਾਸਤੇ ਸਾਨੂੰ ਵੱਡੀਆਂ ਮੋਟਰਾਂ ਦੀ ਜ਼ਰੂਰਤ ਪੈਂਦੀ ਆ, ਜਿਸ ਕਰਕੇ ਇਹ ਜਿਹੜੀਆਂ ਵੱਡੀਆਂ ਮੋਟਰਾਂ ਵਾ ਇਲੈਕਟ੍ਰਿਸਿਟੀ ਜ਼ਿਆਦਾ ਕੰਜ਼ਿਊਮ ਕਰਦੀ ਆ। ਐਜ਼ ਅ ਰਿਜ਼ਲਟ ਸਾਡੀ ਡਿਮਾਂਡ ਜਿਹੜੀ ਇਲੈਕਟ੍ਰਿਸਿਟੀ ਦੀ ਹੋਰ ਵੱਧ ਜਾਂਦੀ ਆ। ਸੋ ਦੇਖ ਸਕਦੇ ਆ ਆਪਾਂ ਕਿ ਕਿਵੇਂ ਐਗਰੀਕਲਚਰ ਸੈਕਟਰ ਜਿਹੜਾ ਕਿ ਇੱਕ ਪੂਰਾ ਅਲਾਇਦਾ ਸੈਕਟਰ ਆ, ਉਸ ਦੇ ਕਰਕੇ ਵੀ ਇਸ ਇਲੈਕਟ੍ਰਿਸਿਟੀ ਕ੍ਰਾਈਸਿਸ ਦਾ ਜਨਮ ਹੁੰਦਾ ਹੈ। ਇਸ ਦਾ ਜਿਹੜਾ ਥਰਡ ਰੀਜ਼ਨ ਸੀ ਉਹ ਸੀ ਲੇਟ ਬਾਰਿਸ਼ਾਂ ਦਾ ਹੋਣਾ। ਵੈਸੇ ਤੇ ਬਾਰਿਸ਼ਾਂ ਇੰਨੀਆਂ ਲੇਟ ਨਹੀਂ ਹੋਈਆਂ, ਬਟ ਬਾਰਿਸ਼ਾਂ ਨਾ ਹੋਣ ਕਰਕੇ ਸਾਡੇ ਡੈਮਸ ਦੇ ਵਿੱਚ ਜਿਹੜਾ ਪਾਣੀ ਸੀ ਉਹ ਘਟ ਗਿਆ। ਐਜ਼ ਅ ਰਿਜ਼ਲਟ ਡੈਮ ਦੇ ਵਿੱਚ ਪਾਣੀ ਘੱਟ ਹੋਣ ਕਰਕੇ ਸਾਡੀ ਇਲੈਕਟ੍ਰਿਸਿਟੀ ਘੱਟ ਪ੍ਰੋਡਿਊਸ ਹੋ ਸਕੀ, ਜਿਸ ਕਰਕੇ ਡਿਮਾਂਡ ਹਾਈ ਸੀ, ਸਪਲਾਈ ਘੱਟ ਗਈ, ਇਸ ਕਰਕੇ ਇਹ ਸ਼ਾਰਟਫਾਲ ਦੇਖਣਾ ਪਿਆ। ਹੁਣ ਤੱਕ ਅਸੀਂ ਦੇਖਿਆ ਕਿ ਡਿਮਾਂਡਸ ਕਿਵੇਂ ਵੱਧ ਰਹੀ ਸੀ ਇਲੈਕਟ੍ਰਿਸਿਟੀ ਦੀ। ਹੁਣ ਅਸੀਂ ਦੇਖਾਂਗੇ ਕਿ ਸਪਲਾਈ ਸਾਈਡ ਕਿਹੜੇ ਇਸ਼ੂ ਸੀ। ਜਿਵੇਂ ਕਿ ਅਸੀਂ ਪਹਿਲਾਂ ਡਿਸਕਸ ਕੀਤਾ ਕਿ ਪੰਜਾਬ ਦੇ ਵਿੱਚ ਜਿਹੜੀ ਇਨ ਹਾਊਸ ਪ੍ਰੋਡਕਸ਼ਨ ਹੁੰਦੀ ਆ ਉਹ 6840 ਮੈਗਾਵਾਟ ਹੁੰਦੀ ਹੈ। ਇਸ ਦੇ ਵਿੱਚ ਅਲੱਗ-ਅਲੱਗ ਥਰਮਲ ਪਲਾਂਟਸ ਹੈਗੇ ਨੇ, ਜਿਵੇਂ ਕਿ ਰੋਪੜ ਵਾਲਾ ਹੈ, ਬਠਿੰਡੇ ਵਾਲਾ ਹੈ, ਹੋਰ ਵੀ ਕਈ ਥਰਮਲ ਪਲਾਂਟਸ ਨੇ, ਜਿਹਦੇ ਵਿੱਚ ਕੁਝ ਸਰਕਾਰੀ ਨੇ ਤੇ ਕੁਝ ਪ੍ਰਾਈਵੇਟ ਵੀ ਨੇ। ਪਹਿਲੀ ਗੱਲ ਤਾਂ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਸਾਡਾ ਬਠਿੰਡੇ ਵਾਲਾ ਜਿਹੜਾ ਥਰਮਲ ਪਲਾਂਟ ਸੀ, ਇਸ ਨੂੰ ਬੰਦ ਕਰ ਦਿੱਤਾ ਗਿਆ। ਉਸ ਦੇ ਆਪਣੇ ਰੀਜ਼ਨ ਸੀ, ਕਿਉਂਕਿ ਜਿਹੜਾ ਥਰਮਲ ਪਲਾਂਟ ਹੁੰਦਾ ਉਸਦਾ ਇੱਕ ਲਾਈਫ ਸਾਈਕਲ ਹੁੰਦਾ ਇਨਵਾਇਰਨਮੈਂਟ ਵਾਸਤੇ। ਸੋ ਅਗਰ ਜਦੋਂ ਕੋਈ ਥਰਮਲ ਪਲਾਂਟ ਜਿਹੜਾ ਆਪਣਾ ਲਾਈਫ ਸਾਈਕਲ ਪੂਰਾ ਕਰ ਲੈਂਦਾ ਹੈ 25 ਸਾਲ ਦਾ, ਸੋ ਉਸ ਨੂੰ ਬੰਦ ਕਰਨਾ ਪੈਂਦਾ ਹੈ। ਸੋ ਇਨਵਾਇਰਨਮੈਂਟ ਕਲੀਅਰੈਂਸਿਸ ਕਰਕੇ ਹੀ ਸਾਨੂੰ ਥਰਮਲ ਪਲਾਂਟ ਜਿਹੜਾ ਬਠਿੰਡੇ ਵਾਲਾ ਉਸ ਨੂੰ ਬੰਦ ਕਰਨਾ ਪਿਆ। ਐਜ਼ ਅ ਰਿਜ਼ਲਟ ਆਫ ਵਿੱਚ ਸਾਨੂੰ ਜਿਹੜੀ ਸ਼ਾਰਟਫਾਲ ਪਈ ਇਲੈਕਟ੍ਰਿਸਿਟੀ ਦੀ ਉਹ ਤਕਰੀਬਨ 600 ਮੈਗਾਵਾਟ ਦੀ ਸ਼ਾਰਟਫਾਲ ਪੈ ਗਈ ਸੀ। ਬਟ ਸਾਡੀ ਸਰਕਾਰਾਂ ਨੇ ਇਹ ਚੀਜ਼ਾਂ ਨੂੰ ਪਲਾਨ ਆਊਟ ਕੀਤਾ ਹੀ ਨਹੀਂ ਸੀ, ਕਿਉਂਕਿ ਅਗਰ ਉਹਨਾਂ ਨੂੰ ਦਿਖ ਵੀ ਰਿਹਾ ਸੀ ਕਿ 600 ਮੈਗਾਵਾਟ ਦੀ ਸਪਲਾਈ ਸ਼ਾਰਟਫਾਲ ਹੋਣ ਵਾਲੀ ਹੈ ਤੇ ਉਹਨਾਂ ਨੂੰ ਪਲਾਨ ਆਊਟ ਕਰਨਾ ਚਾਹੀਦਾ ਸੀ ਸਿਸਟਮ ਨੂੰ, ਕਿਉਂਕਿ ਡਿਮਾਂਡ ਹਮੇਸ਼ਾ ਹੀ ਰਾਈਜ਼ ਕਰੇਗੀ। ਇੱਕ ਸਾਈਡ ਬਠਿੰਡੇ ਦਾ ਪਾਵਰ ਪਲਾਂਟ ਬੰਦ ਸੀ ਤੇ ਦੂਸਰੀ ਸਾਈਡ ਜਿਹੜਾ ਰੋਪੜ ਦਾ ਪਾਵਰ ਪਲਾਂਟ ਆ ਉਹਦਾ ਇੱਕ ਸੈਗਮੈਂਟ ਵਰਕ ਨਹੀਂ ਕਰ ਰਿਹਾ ਸੀ, ਜਿਸ ਕਰਕੇ ਕਿ ਉਹ ਆਪਣੀ ਮੈਕਸਿਮਮ ਕੈਪੈਸਿਟੀ ਤੇ ਇਲੈਕਟ੍ਰਿਸਿਟੀ ਪ੍ਰੋਡਿਊਸ ਹੀ ਨਹੀਂ ਕਰ ਰਿਹਾ ਸੀ। ਐਜ਼ ਅ ਰਿਜ਼ਲਟ ਸਪਲਾਈ ਘਟ ਗਈ, ਡਿਮਾਂਡ ਉਨੀ ਹੀ ਸੀ। ਐਜ਼ ਅ ਰਿਜ਼ਲਟ ਇਲੈਕਟ੍ਰਿਸਿਟੀ ਦਾ ਸ਼ਾਰਟਫਾਲ ਹੋ ਗਿਆ।
ਇਸ ਦਾ ਥਰਡ ਸਭ ਤੋਂ ਮੇਨ ਰੀਜ਼ਨ ਹੈ ਪਾਵਰ ਪਰਚੇਸਿੰਗ ਐਗਰੀਮੈਂਟ। ਇਹ ਜਿਹੜਾ ਐਗਰੀਮੈਂਟ ਹੈ, ਪਹਿਲੀ ਗੱਲ ਤੇ ਮੈਂ ਦੱਸਣਾ ਚਾਹਾਂਗਾ ਕਿ ਅਕਾਲੀਆਂ ਦੇ ਤੇ ਬੀਜੇਪੀ ਦੇ ਅਲਾਈਅੰਸ ਦੇ ਟਾਈਮ ਦੇ ਵਿੱਚ ਹੋਇਆ ਸੀ। ਇਸ ਐਗਰੀਮੈਂਟ ਦੇ ਅਕੋਰਡਿੰਗ ਪੰਜਾਬ ਸਰਕਾਰ ਹਰ ਸਾਲ 4000 ਕਰੋੜ ਦੀ ਇਲੈਕਟ੍ਰਿਸਿਟੀ ਇਹਨਾਂ ਪ੍ਰਾਈਵੇਟ ਕੰਪਨੀਆਂ ਤੋਂ ਖਰੀਦੇਗੀ ਹੀ ਖਰੀਦੇਗੀ, ਚਾਹੇ ਉਹ ਡਿਮਾਂਡ ਮੀਟ ਕਰਨ ਚਾਹੇ ਨਾ ਕਰਨ, ਪਰ ਸਰਕਾਰ ਨੂੰ ਹਰ ਸਾਲ ਇਹਨਾਂ ਕੰਪਨੀਆਂ ਨੂੰ 4000 ਕਰੋੜ ਰੁਪਏ ਦੇਣੇ ਹੀ ਪੈਣਗੇ। ਸੋ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਪ੍ਰਾਈਵੇਟ ਥਰਮਲ ਪਲਾਂਟਸ ਜਿਹੜੇ ਕਿ ਇਲੈਕਟ੍ਰਿਸਿਟੀ ਪ੍ਰੋਡਿਊਸ ਕਰ ਹੀ ਨਹੀਂ ਪਾ ਰਹੇ ਸੀ, ਜਿਹਨਾਂ ਦੀ ਉਹਨਾਂ ਦਾ ਟਾਰਗੇਟ ਸੀ ਉਹ ਅਚੀਵ ਵੀ ਨਹੀਂ ਕਰ ਪਾਏ, ਫਿਰ ਵੀ ਸਾਨੂੰ ਉਹਨਾਂ ਨੂੰ ਉਨੇ ਹੀ ਪੈਸੇ ਦੇਣੇ ਪਏ ਜੋ ਐਗਰੀਮੈਂਟ ਦੇ ਅਕੋਰਡਿੰਗ ਸੀ। ਹੁਣ ਇੱਥੇ ਤੁਸੀਂ ਸਾਰੇ ਜਣੇ ਸੋਚ ਰਹੇ ਹੋਗੇ ਕਿ ਅਗਰ ਉਹ ਆਪਣੀ ਡਿਮਾਂਡਸ ਜਿਹੜੇ ਟਾਰਗੇਟ ਸੀ ਅਚੀਵ ਕਰ ਹੀ ਨਹੀਂ ਪਾਏ ਤੇ ਫਿਰ ਸਾਨੂੰ ਪੈਸੇ ਹੀ ਕਿਉਂ ਦੇਣੇ, ਉਹਨਾਂ ਦੇ ਪੈਨਲਟੀ ਕਿਉਂ ਨਹੀਂ ਇੰਪੋਜ਼ ਕੀਤੀ ਗਈ। ਸੋ ਉਸ ਦਾ ਰੀਜ਼ਨ ਵੀ ਇਹੀ ਐਗਰੀਮੈਂਟ ਨੇ, ਜਿਹੜੇ ਪਾਵਰ ਪਰਚੇਸਿੰਗ ਐਗਰੀਮੈਂਟ ਨੇ। ਇੱਥੇ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਐਗਰੀਮੈਂਟਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਰਕਾਰ ਕੋਈ ਵੀ ਪੈਨਲਟੀ ਇੰਪੋਜ਼ ਨਹੀਂ ਕਰ ਸਕਦੀ ਇਹਨਾਂ ਪਾਵਰ ਕੰਪਨੀਆਂ ਦੇ ਖਿਲਾਫ ਅਗਰ ਉਹ ਆਪਣੇ ਟਾਰਗੇਟਸ ਨੂੰ ਅਚੀਵ ਨਹੀਂ ਕਰਦੇ। ਸੋ ਇੱਥੇ ਦੋਹਰੀ ਮਾਰ ਵੱਜ ਰਹੀ ਆ ਪੰਜਾਬ ਦੇ ਲੋਕਾਂ ਨੂੰ। ਇੱਕ ਤੇ ਪੰਜਾਬ ਦੇ ਲੋਕਾਂ ਨੂੰ ਇਲੈਕਟ੍ਰਿਸਿਟੀ ਜਿਹੜੀ ਮਹਿੰਗੀ ਮਿਲ ਰਹੀ ਆ, ਕਿਉਂਕਿ ਹਰ ਸਾਲ ਜਿਹੜਾ 4000 ਕਰੋੜ ਰੁਪਇਆ ਸਰਕਾਰ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਦੇਣਾ ਹੀ ਪੈਂਦਾ ਹੈ, ਤੇ ਦੂਸਰੀ ਸਾਈਡ ਅਗਰ ਉਹ ਆਪਣੇ ਟਾਰਗੇਟ ਇਲੈਕਟ੍ਰਿਸਿਟੀ ਦੇ ਪੂਰੇ ਨਹੀਂ ਕਰਦੇ ਫਿਰ ਵੀ ਸਰਕਾਰ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੀ। ਇੱਥੇ ਹੁਣ ਕਈ ਜਣੇ ਸੋਚ ਰਹੇ ਹੋਣਗੇ ਕਿ ਅਗਰ ਇਹਨਾਂ ਕੰਪਨੀਆਂ ਤੇ ਕੋਈ ਪੈਨਲਟੀ ਇੰਪੋਜ਼ ਨਹੀਂ ਕੀਤੀ ਜਾ ਸਕਦੀ ਤੇ ਸਰਕਾਰ ਕੋਲ ਤੇ ਸਾਰੀਆਂ ਪਾਵਰਸ ਹੁੰਦੀਆਂ ਨੇ, ਸਟੇਟ ਲੈਜਿਸਲੇਚਰ ਕੋਲ ਸਾਰੀਆਂ ਪਾਵਰਸ ਨੇ, ਉਹ ਇੱਕ ਕਾਨੂੰਨ ਬਣਾ ਕੇ ਇਹਨਾਂ ਸਾਰੀ ਕੰਪਨੀਆਂ ਤੇ ਪੈਨਲਟੀ ਵੀ ਇੰਪੋਜ਼ ਕਰ ਸਕਦੇ ਨੇ ਤੇ ਆਪਣੇ ਕਾਨੂੰਨ ਦੇ ਹਿਸਾਬ ਨਾਲ ਇਹਨਾਂ ਨੂੰ ਚਲਾ ਵੀ ਸਕਦੇ ਨੇ। ਪਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਅਗਰ ਇਸ ਟਾਈਮ ਸਰਕਾਰ ਕੋਈ ਲੈਜਿਸਲੇਸ਼ਨ ਇਹੋ ਜਿਹਾ ਲਿਆਉਂਦੀ ਹੈ ਜਾਂ ਕੋਈ ਕਾਨੂੰਨ ਬਣਾਉਂਦੀ ਹੈ ਤੇ ਇਹਦੇ ਨਾਲ ਕੀ ਹੋਏਗਾ ਕਿ ਜਿਹੜੇ ਪ੍ਰਾਈਵੇਟ ਕੰਪਨੀਆਂ ਹੈਗੀਆਂ ਨੇ ਜਿਹੜੀਆਂ ਇਨਵੈਸਟ ਕਰਦੀਆਂ ਨੇ ਬਹੁਤ ਹੈਵੀਲੀ ਇਹਨਾਂ ਸਟੇਟਸ ਦੇ ਵਿੱਚ, ਉਹਨਾਂ ਦਾ ਵਿਸ਼ਵਾਸ ਉੱਠ ਜਾਏਗਾ, ਕਿਉਂਕਿ ਇਹ ਇੱਕ ਰੋਂਗ ਮੈਸੇਜ ਆਏਗਾ ਦੂਸਰੇ ਇਨਵੈਸਟਰਸ ਨੂੰ ਕਿ ਇਸ ਪੰਜਾਬ ਜਿਹੜੀ ਸਟੇਟ ਹੈਗੀ ਆ ਉਸ ਦੇ ਵਿੱਚ ਅਗਰ ਤੁਸੀਂ ਐਗਰੀਮੈਂਟ ਕਰਦੇ ਹੋ ਕਿਸੇ ਸਰਕਾਰ ਦੇ ਨਾਲ ਤੇ ਸਰਕਾਰ ਅਗਰ ਬਦਲਦੀ ਹੈ ਜਾਂ ਕੋਈ ਦੂਸਰੀ ਸਰਕਾਰ ਆਉਂਦੀ ਆ ਤੇ ਉਹ ਤੁਹਾਡੇ ਜਿਹੜੇ ਐਗਰੀਮੈਂਟਸ ਆ ਉਹਨਾਂ ਨੂੰ ਤੋੜ ਵੀ ਸਕਦੀ ਆ ਕਿਸੇ ਕਾਨੂੰਨ ਦੇ ਨਾਲ। ਸੋ ਇੱਥੇ ਕਿਤੇ ਨਾ ਕਿਤੇ ਇਹ ਉਹਨਾਂ ਦੂਸਰੇ ਪ੍ਰਾਈਵੇਟ ਇਨਵੈਸਟਰਸ ਨੂੰ ਡੀਮੋਟੀਵੇਟ ਕਰੇਗਾ ਕਿ ਪੰਜਾਬ ਦੇ ਵਿੱਚ ਇਨਵੈਸਟ ਨਾ ਕਰੋ। ਸੋ ਇਹ ਸਾਡਾ ਨੁਕਸਾਨ ਵੀ ਹੋ ਜਾਂਦਾ ਹੈ। ਸੋ ਪੰਜਾਬ ਸਰਕਾਰ ਨੂੰ ਬੜਾ ਹੀ ਸੋਚ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਤੋਂ ਨਿਕਲਣਾ ਪਵੇਗਾ। ਹੁਣ ਤੱਕ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਇਲੈਕਟ੍ਰਿਸਿਟੀ ਦੀ ਡਿਮਾਂਡ ਸਾਈਡ ਕੀ ਪ੍ਰੋਬਲਮ ਸੀ ਤੇ ਸਪਲਾਈ ਸਾਈਡ ਕੀ ਪ੍ਰੋਬਲਮ ਸੀ। ਹੁਣ ਅਸੀਂ ਦੇਖਦੇ ਹਾਂ ਕਿ ਇਹਨਾਂ ਦੇ ਲੌਂਗ ਟਰਮ ਤੇ ਸ਼ਾਰਟ ਟਰਮ ਸੋਲੂਸ਼ਨ ਕੀ ਹੋ ਸਕਦੇ ਆ। ਇਸ ਦਾ ਸ਼ਾਰਟ ਟਰਮ ਸੋਲੂਸ਼ਨ ਹੋ ਸਕਦਾ ਕਿ ਪੰਜਾਬ ਸਰਕਾਰ ਨੂੰ ਇੱਕ ਲੀਗਲ ਐਡਵਾਈਸ ਚਾਹੀਦੀ ਹੋਗੀ। ਲੀਗਲ ਐਡਵਾਈਸ ਦੇ ਨਾਲ ਉਹ ਰੀਨੈਗੋਸ਼ੀਏਟ ਕਰ ਸਕਦੇ ਨੇ ਇਹਨਾਂ ਪਾਵਰ ਪਰਚੇਸਿੰਗ ਐਗਰੀਮੈਂਟਸ ਨੂੰ, ਤਾਂ ਜੋ ਬਿਜਲੀ ਕੰਪਨੀਆਂ ਜਿਹੜੀ ਹੈਗੀਆਂ ਨੇ, ਥਰਮਲ ਪਲਾਂਟਸ ਜਿਹੜੇ ਨੇ ਪ੍ਰਾਈਵੇਟ, ਉਹਨਾਂ ਦੀ ਅਕਾਊਂਟੇਬਿਲਿਟੀ ਠਹਿਰਾਈ ਜਾ ਸਕੇ। ਅਗਰ ਉਹ ਡਿਮਾਂਡਸ ਨੂੰ ਜਾਂ ਜਿਹੜੇ ਉਹਨਾਂ ਦੇ ਟਾਰਗੇਟਸ ਨੇ ਉਹ ਉਹਨਾਂ ਨੂੰ ਮੀਟ ਨਹੀਂ ਕਰਦੇ ਤੇ ਉਹਨਾਂ ਤੇ ਪੈਨਲਟੀ ਇੰਪੋਜ਼ ਕੀਤੀ ਜਾ ਸਕੇ। ਤੇ ਨਾਲ ਦੇ ਨਾਲ ਜਿਹੜਾ ਆਪਾਂ 4000 ਕਰੋੜ ਦਾ ਅਮਾਉਂਟ ਪੇ ਕਰ ਰਹੇ ਹਾਂ ਇਹਨਾਂ ਪ੍ਰਾਈਵੇਟ ਕੰਪਨੀਆਂ ਨੂੰ, ਉਹਨਾਂ ਦੀ ਵੀ ਰੀਨੈਗੋਸ਼ੀਏਸ਼ਨ ਹੋਣੀ ਚਾਹੀਦੀ ਆ। ਇਸ ਦੇ ਲੌਂਗ ਟਰਮ ਸੋਲੂਸ਼ਨ ਦੇ ਵਿੱਚ ਆਪਾਂ ਦੇਖੀਏ ਤੇ ਪੰਜਾਬ ਦੀ ਜਿਹੜੀ ਕ੍ਰੌਪਸ ਹੈਗੀਆਂ ਨੇ, ਪੰਜਾਬ ਦੇ ਵਿੱਚ ਜਿਹੜੀ ਫਸਲਾਂ ਹੈਗੀਆਂ ਨੇ ਉਹਨੂੰ ਹੋਰ ਡਾਈਵਰਸੀਫਾਈ ਕਰ ਸਕਦੇ ਹਾਂ। ਜਿੱਦਾਂ ਕਿ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਪਾਣੀ ਖਪਤ ਜਿਹੜੀ ਕਰਨ ਵਾਲੀ ਹੈਗੀ ਆ ਫਸਲਾਂ ਨੇ, ਜਿਵੇਂ ਕਿ ਗੰਨਾ ਨੇ, ਉਸ ਤੋਂ ਬਾਅਦ ਝੋਨਾ ਹੈ, ਉਹਨਾਂ ਨੂੰ ਆਪਾਂ ਡਾਈਵਰਸੀਫਾਈ ਕਰ ਸਕਦੇ ਹਾਂ ਕਿਸੇ ਹੋਰ ਕ੍ਰੌਪਸ ਵਾਸਤੇ। ਹੁਣ ਇੱਥੇ ਕਈ ਜਣੇ ਕਹਿਣਗੇ ਕਿ ਝੋਨੇ ਦੇ ਵਿੱਚ ਹੀ ਤੇ MSP ਮਿਲਦੀ ਹੈ, ਹੋਰ ਕਿਤੇ ਮਿਲਦੀ ਨਹੀਂ ਹੈ, ਤੇ ਸਰਕਾਰ ਨੂੰ MSP ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਜਿਵੇਂ ਕਿ ਹੋਰ ਵੀ ਐਗਰੀਕਲਚਰ ਪ੍ਰੋਡਿਊਸ ਹੈਗੇ ਨੇ ਉਹਨਾਂ ਤੇ ਵੀ MSP ਲਗਾਉਣੀ ਚਾਹੀਦੀ ਹੈ, ਜਿਵੇਂ ਜਵਾਰ ਹੈ, ਜਿਵੇਂ ਬਾਜਰਾ ਹੈ, ਜਿਵੇਂ ਮੱਕੀ ਹੈ, ਹੋਰ ਵੀ ਕਈ ਜਿਹੜੀ ਵੈਰਾਈਟੀਜ਼ ਹੈਗੀਆਂ ਨੇ ਜਿਹੜੀ ਕਿ ਪੰਜਾਬ ਦੇ ਵਿੱਚ ਉਗਾਈਆਂ ਜਾ ਸਕਦੀਆਂ ਨੇ ਤੇ ਜਿਨ੍ਹਾਂ ਦੇ ਵਿੱਚ ਪਾਣੀ ਦੀ ਵਰਤੋਂ ਘੱਟ ਹੋਏਗੀ। ਕਿਉਂਕਿ ਆਪਾਂ ਪਹਿਲਾਂ ਵੀ ਦੇਖਿਆ ਹੈ ਕਿ ਜਿੱਥੇ ਪਾਣੀ ਦੀ ਵਰਤੋਂ ਜ਼ਿਆਦਾ ਹੋਵੇਗੀ ਉਹਦੇ ਵਿੱਚ ਸਾਡਾ ਗਰਾਊਂਡ ਵਾਟਰ ਜਿਹੜਾ ਹੈਗਾ ਵਾ, ਧਰਤੀ ਦਾ ਹੇਠਲਾ ਪਾਣੀ ਆ, ਹੋਰ ਥੱਲੇ ਜਾਏਗਾ। ਉਹਦੇ ਵਾਸਤੇ ਸਾਨੂੰ ਹੋਰ ਇਲੈਕਟ੍ਰਿਸਿਟੀ ਦੀ ਲੋੜ ਹੋਏਗੀ, ਵੱਡੇ ਪੰਪਸ ਦੀ ਜ਼ਰੂਰਤ ਹੋਏਗੀ ਤੇ ਫਾਈਨਲੀ ਸਾਡੇ ਇਹੋ ਜਿਹੇ ਕ੍ਰਾਈਸਿਸ ਆਣਗੇ। ਇਲੈਕਟ੍ਰਿਸਿਟੀ ਕ੍ਰਾਈਸਿਸ ਵੀ ਆਏਗਾ ਤੇ ਨਾਲ ਦੇ ਨਾਲ ਜਿਹੜੇ ਸਾਡਾ ਵਾਟਰ ਦਾ ਕ੍ਰਾਈਸਿਸ ਆ ਪੰਜਾਬ ਦਾ ਮੇਨ, ਉਹ ਵੀ ਆਏਗਾ। ਇਸ ਦਾ ਥਰਡ ਸੋਲੂਸ਼ਨ ਹੋ ਸਕਦਾ ਹੈ ਕਿ ਸਾਨੂੰ ਪੰਜਾਬ ਦੇ ਵਿੱਚ ਇਥਾਨੋਲ ਬੇਸਡ ਇੰਡਸਟਰੀਜ਼ ਲਗਾਉਣੀਆਂ ਚਾਹੀਦੀਆਂ ਨੇ। ਵੈਸੇ ਤਾਂ ਕਹਿ ਲਓ ਕਿ ਸਾਡੇ ਭਾਰਤ ਸਰਕਾਰ ਦਾ ਇਹ ਇੱਕ ਡ੍ਰੀਮ ਪ੍ਰੋਜੈਕਟ ਵੀ ਹੈ ਕਿ ਹਰ ਜਗ੍ਹਾ ਦੇ ਵਿੱਚ ਇਥਾਨੋਲ ਬੇਸਡ ਇੰਡਸਟਰੀਜ਼ ਲਗਾਉਣੀਆਂ, ਕਿਉਂਕਿ ਅਗਰ ਆਪਾਂ ਦੇਖੀਏ ਤੇ ਪੰਜਾਬ ਦੇ ਵਿੱਚ ਅਗਰ ਝੋਨਾ ਲੱਗਦਾ ਤੇ ਜਿਹੜਾ ਸਟਬਲ ਬਰਨਿੰਗ ਹੁੰਦੀ ਹੈ, ਉਹ ਜਿਹੜੀ ਪਰਾਲੀ ਨੂੰ ਅੱਗ ਲਗਾ ਦਿੱਤੀ ਜਾਂਦੀ ਆ, ਉਸ ਦੇ ਵੀ ਬਹੁਤ ਹਾਨੀਕਾਰਕ ਨੁਕਸਾਨ ਹੁੰਦੇ ਆ, ਉਹਦੇ ਧੂਏ ਕਰਕੇ ਬਹੁਤ ਸਾਰੇ ਨੁਕਸਾਨ ਹੁੰਦੇ ਆ। ਤੇ ਸਾਲ ਦੇ 1-2 ਮਹੀਨੇ ਸਾਨੂੰ ਸਾਰੇ ਕੰਟਰੀ ਦੇ ਹਰ ਮੀਡੀਆ ਹਾਊਸ 'ਚੋਂ ਸੁਣਨਾ ਪੈਂਦਾ ਕਿ ਪੰਜਾਬ ਵਿੱਚ ਪਰਾਲੀ ਜਲ ਰਹੀ ਹੈ ਤੇ ਦਿੱਲੀ ਦੇ ਵਿੱਚ ਕੀ ਹਾਲ ਹੋ ਰਿਹਾ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ ਕਿ ਆਹੀ ਜਿਹੜਾ ਸਟਬਲ ਹੈਗੀ ਆ ਇਸ ਦੇ ਨਾਲ ਇਥਾਨੋਲ ਪ੍ਰੋਡਿਊਸ ਕਰ ਸਕਦੇ ਹਾਂ। ਇਥਾਨੋਲ ਪ੍ਰੋਡਿਊਸ ਹੋਣ ਦੇ 2 ਫਾਇਦੇ ਹੋਣਗੇ। ਪਹਿਲਾ ਫਾਇਦਾ ਤੇ ਹੋਏਗਾ ਕਿਸਾਨਾਂ ਨੂੰ, ਕਿਉਂਕਿ ਉਹਨਾਂ ਨੂੰ ਇੱਕ ਇਨਕਮ ਜਨਰੇਟ ਹੋਏਗੀ। ਪਹਿਲਾਂ ਤੇ ਜਿਹੜੀ ਪਰਾਲੀ ਕੀ ਉਹਨਾਂ ਨੂੰ ਅੱਗ ਲਗਾ ਦਿੱਤਾ ਜਾਂਦਾ ਹੈ, ਪਰ ਅੱਗ ਨਾ ਲਗਾਉਣ ਦੀ ਸੂਰਤ ਵਿੱਚ ਅਗਰ ਇਹਨਾਂ ਨੂੰ ਆਪਾਂ ਇਕੱਠਾ ਕਰਕੇ ਇੱਕ ਇੰਡਸਟਰੀ ਤੱਕ ਪਹੁੰਚਾ ਦਿੱਤਾ ਜਾਵੇ, ਸੋ ਜਿਹੜੀ ਸਟਬਲ ਸੀ, ਜਿਹੜੀ ਪਰਾਲੀ ਸੀ, ਇਸ ਤੋਂ ਇੱਕ ਕਿਸਾਨਾਂ ਨੂੰ ਅਮਾਉਂਟ ਮਿਲ ਸਕੇ, ਜਿਸ ਦੇ ਕਰਕੇ ਕਿਸਾਨਾਂ ਦੀ ਆਏ ਜਿਹੜੀ ਆਮਦਨੀ ਆ ਉਹ ਵੀ ਵੱਧ ਸਕਦੀ ਹੈ। ਤੇ ਨਾਲ ਇਥਾਨੋਲ ਬੇਸਡ ਇੰਡਸਟਰੀਜ਼ ਲੱਗਣ ਦਾ ਇਹ ਫਾਇਦਾ ਹੈ ਕਿ ਅਸੀਂ ਇਨਵਾਇਰਨਮੈਂਟ ਦੇ ਵਿੱਚ ਵੀ ਕਾਫੀ ਪ੍ਰੋਟੈਕਟ ਕਰ ਸਕਦੇ ਹਾਂ, ਕਿਉਂਕਿ ਇਥਾਨੋਲ ਬਲੈਂਡ ਹੋ ਸਕਦਾ ਹੈ ਦੂਸਰੇ ਫਿਊਲਸ ਦੇ ਨਾਲ ਤੇ ਉਹਦੇ ਕਾਰਬਨ ਫੁੱਟਪ੍ਰਿੰਟ ਵੀ ਘੱਟ ਨੇ।
ਇਸ ਦੇ ਨਾਲ ਮੈਂ ਕਹਿਣਾ ਚਾਹਾਂਗਾ ਕਿ ਸਾਨੂੰ ਸੋਲਰ ਪਾਵਰ ਜਿਹੜੀ ਗਿਆ ਉਦੋਂ ਵੀ ਬੂਸਟ ਕਰਨਾ ਚਾਹੀਦਾ। ਜਿਹੜੇ ਘਰਾਂ ਦੇ ਵਿੱਚ ਸੋਲਰ ਪੈਨਲਸ ਲਗਾਏ ਜਾਂਦੇ ਨੇ ਉਹਨਾਂ ਨੂੰ ਵੀ ਸਰਕਾਰ ਨੂੰ ਹੋਰ ਸਬਸਿਡੀਜ਼ ਦੇਣੀ ਚਾਹੀਦੀ ਆ। ਸਰਕਾਰ ਨੂੰ ਚਾਹੀਦਾ ਕਿ ਉਹ ਲੋਕਾਂ ਨੂੰ ਹੋਰ ਮੋਟੀਵੇਟ ਕਰਨ ਤਾਂ ਜੋ ਲੋਕ ਜਿਹੜੇ ਰੀਨਿਊਏਬਲ એનર્ਜੀ ਵਿੱਚ ਜਾਣਾ ਚਾਹਦੇ ਨੇ ਉਹਨਾਂ ਨੂੰ ਮੋਟੀਵੇਸ਼ਨ ਮਿਲ ਸਕੇ ਤੇ ਲੋਕ ਇਹਨਾਂ ਨੂੰ ਅਡਾਪਟ ਕਰਨ। ਇਸ ਦਾ ਚੌਥਾ ਸੋਲੂਸ਼ਨ ਹੋ ਸਕਦਾ ਹੈ ਕਿ ਸਰਕਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਰੇਨ ਵਾਟਰ ਹਾਰਵੈਸਟਿੰਗ ਦੇ ਯੂਨਿਟਸ ਲਗਾਉਣੇ ਚਾਹੀਦੇ ਨੇ, ਕਿਉਂਕਿ ਸਾਨੂੰ ਪਤਾ ਹੈ ਕਿ ਅਗਰ ਪਾਣੀ ਧਰਤੀ ਦੇ ਵਿੱਚ ਜਿਹੜਾ ਹੇਠਲਾ ਉੱਪਰ ਆਏਗਾ ਤਾਂ ਸਾਨੂੰ ਪੰਪਸ ਦੀ ਵੀ ਘੱਟ ਲੋੜ ਪਵੇਗੀ। ਤੇ ਲਾਸਟ ਜਿਹੜਾ ਸੋਲੂਸ਼ਨ ਆ ਉਹ ਹੈਗਾ ਡ੍ਰਿਪ ਵਾਟਰ ਇਰੀਗੇਸ਼ਨ ਦਾ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਇਜ਼ਰਾਈਲ ਇੱਕ ਇਹੋ ਜਿਹੀ ਕੰਟਰੀ ਹੈ ਜਿੱਥੇ ਪਾਣੀ ਦੀ ਇੰਨੀ ਕਿੱਲਤ ਹੋਣ ਦੇ ਬਾਵਜੂਦ ਵੀ ਉੱਥੇ ਇਹੋ ਜਿਹੀਆਂ ਫਸਲਾਂ ਲਗਾਈਆਂ ਜਾਂਦੀਆਂ ਨੇ ਜਿੱਥੇ ਕਿ ਵਾਟਰ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ। ਸੋ ਸਾਨੂੰ ਡ੍ਰਿਪ ਇਰੀਗੇਸ਼ਨ ਸਿਸਟਮ ਵੱਲ ਵੀ ਮੂਵ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਸਬਸਿਡੀਜ਼ ਦੇਣੀਆਂ ਚਾਹੀਦੀਆਂ ਨੇ ਤਾਂ ਜੋ ਡ੍ਰਿਪ ਇਰੀਗੇਸ਼ਨ ਸਿਸਟਮ ਨੂੰ ਸਾਡੇ ਕਿਸਾਨ ਵੀਰ ਭਰਾ ਨੇ ਉਹ ਅਡਾਪਟ ਕਰ ਸਕਣ, ਤਾਂ ਜੋ ਪੰਜਾਬ ਦੀ ਇਲੈਕਟ੍ਰਿਸਿਟੀ ਕ੍ਰਾਈਸਿਸ ਐਂਡ ਵਾਟਰ ਕ੍ਰਾਈਸਿਸ ਨੂੰ ਦੋਨਾਂ ਤਰਫੋਂ ਦੇਖਿਆ ਜਾ ਸਕੇ। ਸੋ ਇਹ ਸੀ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਪਸੰਦ ਆਏਗੀ। ਅਗਰ ਪਸੰਦ ਆਈ ਹੋਵੇਗੀ ਤਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ। ਸੋ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ।